ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੀ 10ਵੀਂ ਜਮਾਤ ਦਾ ਪਾਠ ਤੀਜਾ ਅਰਥ ਸ਼ਾਸਤਰ ਦਾ ਭਾਗ ਪਹਿਲਾ ਲੈ ਕੇ। ਸਾਡੇ ਪਾਠ ਦਾ ਨਾਮ ਹੈ ਭਾਰਤ ਵਿੱਚ ਖੇਤੀਬਾੜੀ ਦਾ ਵਿਕਾਸ। ਜਿਸ ਤਰ੍ਹਾਂ ਕਿ ਨਾਮ ਤੋਂ ਹੀ ਸਪਸ਼ਟ ਹੈ ਕਿ ਅਸੀਂ ਇਸ ਪਾਠ ਦੇ ਵਿੱਚ ਭਾਰਤ ਵਿੱਚ ਖੇਤੀਬਾੜੀ ਦੇ ਬਾਰੇ ਵਿੱਚ ਜਾਣਕਾਰੀ ਹਾਸਲ ਕਰਾਂਗੇ। ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਮੰਨਿਆ ਜਾਂਦਾ ਹੈ ਕਿਉਂਕਿ ਭਾਰਤ ਵਿੱਚ ਅੱਜ ਵੀ ਲਗਭਗ 68% ਜਿਹੜੇ ਲੋਕ ਹੈ ਉਹਨਾਂ ਦਾ ਮੁੱਖ ਧੰਦਾ ਖੇਤੀਬਾੜੀ ਹੀ ਹੈ। ਆਓ ਜਾਣੀਏ ਖੇਤੀ ਦੇ ਬਾਰੇ ਵਿੱਚ। ਸਭ ਤੋਂ ਪਹਿਲੇ ਅਸੀਂ ਜਾਣਾਂਗੇ ਖੇਤੀ ਦਾ ਅਰਥ। ਅੰਗਰੇਜ਼ੀ ਭਾਸ਼ਾ ਦਾ ਸ਼ਬਦ ਜੋ ਹੈ ਐਗਰੀਕਲਚਰ, ਉਹ ਲੈਟਿਨ ਭਾਸ਼ਾ ਦੇ ਸ਼ਬਦ ਐਗਰੀ ਪਲਸ ਕਲਚਰ ਤੋਂ ਮਿਲ ਕੇ ਬਣਿਆ ਹੈ, ਜਿਸ ਦਾ ਅਰਥ ਹੈ ਇੱਕ ਖੇਤ ਵਿੱਚ ਪਸ਼ੂਆਂ ਅਤੇ ਫਸਲਾਂ ਦੇ ਉਤਪਾਦਨ ਸੰਬੰਧੀ ਕਲਾ ਜਾਂ ਵਿਗਿਆਨ। ਇਸ ਨੂੰ ਅਸੀਂ ਖੇਤੀ ਆਖਦੇ ਹਾਂ। ਪਿਆਰੇ ਬੱਚਿਓ, ਹੁਣ ਅਸੀਂ ਕਰਾਂਗੇ ਭਾਰਤ ਵਿੱਚ ਅਰਥ ਵਿਵਸਥਾ ਵਿੱਚ ਖੇਤੀ ਦਾ ਮਹੱਤਵ। ਭਾਰਤੀ ਅਰਥ ਵਿਵਸਥਾ ਦੇ ਵਿੱਚ ਖੇਤੀ ਦਾ ਬਹੁਤ ਜ਼ਿਆਦਾ ਮਹੱਤਵ ਹੈ। ਇਹ ਮਹੱਤਵ ਕਿਹੜੀਆਂ ਗੱਲਾਂ 'ਤੇ ਨਿਰਭਰ ਕਰਦਾ ਹੈ, ਉਹ ਅਸੀਂ ਦੇਖਦੇ ਹਾਂ। ਕੀ ਮਹੱਤਵ ਹੈ? ਸਭ ਤੋਂ ਪਹਿਲਾਂ ਹੈ ਸਾਡੇ ਕੋਲ ਰਾਸ਼ਟਰੀ ਆਮਦਨ ਵਿੱਚ ਯੋਗਦਾਨ। ਭਾਰਤ ਦੀ ਰਾਸ਼ਟਰੀ ਆਮਦਨ ਦਾ ਲਗਭਗ 40% ਜਿਹੜਾ ਹਿੱਸਾ ਹੈ ਉਹ ਖੇਤੀ ਤੋਂ ਜਾਂ ਵਣਾਂ ਤੋਂ ਪ੍ਰਾਪਤ ਹੁੰਦਾ ਹੈ। ਭਾਰਤ ਦੀ ਰਾਸ਼ਟਰੀ ਆਮਦਨ ਵਿੱਚ ਖੇਤੀ ਦਾ ਯੋਗਦਾਨ ਹੋਰਾਂ ਖੇਤਰਾਂ ਜਿਵੇਂ ਕਿ ਉਦਯੋਗ, ਰੁਜ਼ਗਾਰ ਦੀ ਤੁਲਨਾ ਵਿੱਚ ਬਹੁਤ ਜ਼ਿਆਦਾ ਵਧੇਰੇ ਹੈ। ਉਸ ਤੋਂ ਅਗਲਾ ਮਹੱਤਵ ਹੈ ਅਨਾਜ ਪੂਰਤੀ ਦਾ ਸਾਧਨ। ਖੇਤੀ ਤੋਂ ਭਾਰਤ ਦੀ ਜਨਸੰਖਿਆ ਨੂੰ ਭੋਜਨ ਅਤੇ ਪਸ਼ੂਆਂ ਨੂੰ ਚਾਰਾ ਪ੍ਰਾਪਤ ਹੁੰਦਾ ਹੈ। ਇਸ ਲਈ ਖੇਤੀ ਮਨੁੱਖਾਂ ਅਤੇ ਪਸ਼ੂਆਂ ਲਈ ਜੀਵਨ ਦਾ ਸਾਧਨ ਹੈ। ਖੇਤੀ ਦੇ ਵਿਕਾਸ ਦੇ ਨਾਲ ਦੇਸ਼ ਦੇ ਵਿੱਚ ਅੰਨ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਗਈ ਹੈ। ਖੇਤੀ ਅਤੇ ਰੁਜ਼ਗਾਰ। ਭਾਰਤੀ ਅਰਥ ਵਿਵਸਥਾ ਦੇ ਵਿੱਚ ਸਭ ਤੋਂ ਜ਼ਿਆਦਾ ਰੁਜ਼ਗਾਰ ਦੇ ਮੌਕੇ ਹੈ ਜਿਹੜੇ ਉਹ ਖੇਤੀ ਦੇ ਖੇਤਰ ਵਿੱਚ ਹੀ ਪ੍ਰਾਪਤ ਹੁੰਦੇ ਹਨ। ਅਸੀਂ ਦੇਖਦੇ ਹਾਂ ਕਿ ਜਿਹੜੇ ਪਿੰਡਾਂ ਦੀ ਜਨਸੰਖਿਆ ਹੈ ਜ਼ਿਆਦਾਤਰ, ਉਹ ਤਾਂ ਲਗਭਗ ਖੇਤੀ ਦੇ ਉੱਪਰ ਹੀ ਨਿਰਭਰ ਰਹਿੰਦੀ ਹੈ। ਤਾਂ ਇਸੇ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਵਿੱਚ ਜਿਹੜੀ ਖੇਤੀ ਹੈ ਉਹ ਰੁਜ਼ਗਾਰ ਦਾ ਮਹੱਤਵਪੂਰਨ ਸਾਧਨ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਖੇਤੀ ਰੁਜ਼ਗਾਰ ਦਾ ਸਾਧਨ ਬਣੀ ਰਹੇਗੀ। ਖੇਤੀ ਅਤੇ ਉਦਯੋਗ। ਭਾਰਤ ਵਰਗੇ ਅਲਪ ਵਿਕਸਿਤ ਦੇਸ਼ ਜਿਹੜੇ ਕਿ ਹਾਲੇ ਵਿਕਾਸ ਦੇ ਰਾਹ 'ਤੇ ਤੁਰ ਰਹੇ ਹਨ, ਉਹਨਾਂ ਦੀ ਆਰਥਿਕ ਵਿਕਾਸ ਦੇ ਲਈ ਮੁੱਢਲੀ ਅਵਸਥਾ ਵਿੱਚ ਉਦਯੋਗਿਕ ਵਿਕਾਸ ਲਈ ਖੇਤੀ ਦੇ ਕਈ ਕਾਰਨਾਂ ਕਰਕੇ ਮਹੱਤਵਪੂਰਨ ਯੋਗਦਾਨ ਹੈ। ਕਿਸ ਤਰ੍ਹਾਂ ਖੇਤੀ ਯੋਗਦਾਨ ਪਾਉਂਦੀ ਹੈ ਉਦਯੋਗਾਂ ਦੇ ਵਿੱਚ ਕਿ ਉਦਯੋਗਾਂ ਨੂੰ ਜਿਹੜਾ ਕੱਚਾ ਮਾਲ ਹੈ ਜਿਵੇਂ ਕਿ ਕਪਾਹ, ਪਟਸਨ, ਗੰਨਾ, ਤਿਲ, ਰਬੜ ਆਦਿ, ਇਹ ਸਭ ਵੀ ਖੇਤੀ ਖੇਤਰ ਵਿੱਚੋਂ ਹੀ ਪ੍ਰਾਪਤ ਹੁੰਦੇ ਹਨ। ਖੇਤੀ ਵਿੱਚ ਉਤਪਾਦਕਤਾ ਵਧਣ ਦੇ ਨਾਲ ਲੋਕਾਂ ਦੀ ਆਮਦਨ ਵੀ ਵਧੇਗੀ ਅਤੇ ਉਹ ਉਦਯੋਗਾਂ ਰਾਹੀਂ ਬਣਾਈਆਂ ਹੋਈਆਂ ਵਸਤੂਆਂ ਦੀ ਮੰਗ ਹੋਰ ਜ਼ਿਆਦਾ ਕਰਨਗੇ। ਕਈ ਜਿਹੜੇ ਕੁਟੀਰ ਉਦਯੋਗ ਹੈ ਜਿਵੇਂ ਕਿ ਤੇਲ ਕੱਢਣਾ, ਹੱਥ ਖੱਡੀ ਵਰਗੇ ਉਦਯੋਗਾਂ ਨੂੰ ਕੱਚੇ ਮਾਲ ਲਈ ਖੇਤੀ ਉੱਪਰ ਨਿਰਭਰ ਰਹਿਣਾ ਪੈਂਦਾ ਹੈ। ਖੇਤੀ ਦੇ ਵਿਕਾਸ ਦੇ ਕਾਰਨ ਆਮਦਨ 'ਚ ਵੀ ਵਿਕਾਸ ਹੋਏਗਾ ਅਤੇ ਅਨਾਜ ਦੀ ਮੰਗ ਵਧੇਰੇ ਹੋਣ ਕਰਕੇ ਫਿਰ ਖੇਤੀ ਦਾ ਵਿਕਾਸ ਹੋਣ ਲੱਗ ਜਾਏਗਾ। ਉਸ ਤੋਂ ਬਾਅਦ ਹੈ ਜੀਵਨ ਨਿਰਵਾਹ ਦਾ ਸਾਧਨ, ਭਾਵ ਕਮਾਈ ਦਾ ਸਾਧਨ। ਭਾਰਤੀ ਕਿਸਾਨਾਂ ਦੇ ਲਈ ਖੇਤੀ ਜੀਵਨ ਨਿਰਵਾਹ ਦਾ ਸਾਧਨ ਹੈ, ਭਾਵ ਕਿ ਉਹਨਾਂ ਦੀ ਕਮਾਈ ਦਾ ਇੱਕੋ ਇੱਕ ਸਾਧਨ ਕੀ ਹੈ? ਖੇਤੀ। ਭਾਰਤ ਵਿੱਚ ਗੈਰ ਖੇਤੀ ਪੇਂਡੂ ਪਰਿਵਾਰ ਜਿਵੇਂ ਕਿ ਜੁਲਾਹੇ, ਦਸਤਕਾਰ, ਨਾਈ, ਧੋਬੀ, ਇਹ ਲੋਕ ਵੀ ਖੇਤੀ ਨਾਲ ਹੀ ਆਪਣਾ ਜੀਵਨ ਨਿਰਵਾਹ ਕਰਦੇ ਹਨ। ਉਸ ਤੋਂ ਬਾਅਦ ਅਗਲਾ ਪੁਆਇੰਟ ਹੈ ਸਾਡੇ ਕੋਲ ਖੇਤੀ ਅਤੇ ਵਿਦੇਸ਼ੀ ਵਪਾਰ। ਭਾਰਤ ਦੇ ਵਿਦੇਸ਼ੀ ਵਪਾਰ ਵਿੱਚ ਖੇਤੀ ਦਾ ਬਹੁਤ ਜ਼ਿਆਦਾ ਮਹੱਤਵ ਹੈ। ਦੇਸ਼ ਦੇ ਕੁੱਲ ਨਿਰਯਾਤ ਵਿੱਚ ਖੇਤੀ ਪਦਾਰਥਾਂ ਦਾ ਯੋਗਦਾਨ ਬਹੁਤ ਜ਼ਿਆਦਾ ਹੈ। ਭਾਰਤ ਤੋਂ ਚਾਹ, ਪਟਸਨ, ਕਾਜੂ, ਤੰਬਾਕੂ, ਕੌਫੀ, ਮਸਾਲੇ, ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੈ ਬਹੁਤ ਜ਼ਿਆਦਾ ਮਾਤਰਾ ਵਿੱਚ ਨਿਰਯਾਤ ਕੀਤੀਆਂ ਜਾਂਦੀਆਂ ਹਨ। ਅੰਦਰੂਨੀ ਵਪਾਰ। ਭਾਰਤ ਦੇ ਜ਼ਿਆਦਾਤਰ ਲੋਕ ਆਪਣੀ ਆਮਦਨ ਦਾ ਜਿਹੜਾ 80% ਤੋਂ ਵੀ ਵੱਧ ਹਿੱਸਾ ਹੈ ਉਹ ਅਨਾਜ, ਚਾਹ, ਖੰਡ, ਦੁੱਧ ਇਹਨਾਂ ਦੇ ਉੱਪਰ ਅਸੀਂ ਖਰਚ ਕਰ ਦਿੰਦੇ ਹਾਂ। ਇਸੇ ਲਈ ਦੇਸ਼ ਦਾ ਜੋ ਅੰਦਰੂਨੀ ਵਪਾਰ ਹੈ ਇਸ ਦੇ ਵਿੱਚ ਵੀ ਖੇਤੀ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ। ਨੈਕਸਟ ਹੈ ਸਾਡੇ ਕੋਲ ਯਾਤਾਯਾਤ। ਰੇਲਾਂ, ਮੋਟਰਾਂ, ਬੈਲ ਗੱਡੀਆਂ ਦੀ ਆਮਦਨ ਦਾ ਇੱਕ ਮੁੱਖ ਸਾਧਨ ਅਨਾਜ ਅਤੇ ਹੋਰ ਖੇਤੀ ਪਦਾਰਥਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਲੈ ਕੇ ਜਾਣਾ ਹੁੰਦਾ ਹੈ। ਸਰਕਾਰੀ ਆਮਦਨ। ਰਾਜ ਸਰਕਾਰਾਂ ਆਪਣੀ ਆਮਦਨ ਦਾ ਇੱਕ ਵੱਡਾ ਹਿੱਸਾ ਖੇਤੀ ਤੋਂ ਪ੍ਰਾਪਤ ਕਰਦੀਆਂ ਹਨ।
ਖੇਤੀ 'ਤੇ ਕਈ ਪ੍ਰਕਾਰ ਦੇ ਟੈਕਸ ਲਗਾਏ ਜਾਂਦੇ ਹਨ, ਜਿਵੇਂ ਕਿ ਮਾਲਗੁਜ਼ਾਰੀ ਟੈਕਸ, ਸਿੰਚਾਈ ਟੈਕਸ, ਖੇਤੀ ਆਮਦਨ ਕਰ। ਇਹਨਾਂ ਟੈਕਸਿਸ ਤੋਂ ਸਰਕਾਰ ਦੀ ਆਮਦਨ ਵੱਧਦੀ ਹੈ। ਅਤੇ ਲਾਸਟ ਪੁਆਇੰਟ ਹੈ ਸਾਡੇ ਕੋਲ ਪੂੰਜੀ ਨਿਰਮਾਣ। ਸਾਡੇ ਦੇਸ਼ ਦੇ ਵਿੱਚ ਜ਼ਿਆਦਾਤਰ ਜਿਹੜੀ ਪੂੰਜੀ ਹੈ ਖੇਤੀ ਵਿੱਚ ਹੀ ਲੱਗੀ ਹੋਈ ਹੈ। ਸਥਾਈ ਪੂੰਜੀ ਦੀ ਦ੍ਰਿਸ਼ਟੀ ਤੋਂ ਖੇਤੀ ਦਾ ਦਰਜਾ ਦੇਸ਼ ਵਿੱਚ ਸਭ ਤੋਂ ਉੱਚਾ ਹੈ ਅਤੇ ਦੇਸ਼ ਦੀ ਕਰੋੜਾਂ ਦੀ ਜਿਹੜੀ ਪੂੰਜੀ ਹੈ ਉਹ ਸਿੰਚਾਈ ਦੇ ਸਾਧਨਾਂ, ਪਸ਼ੂ ਧਨ, ਔਜ਼ਾਰਾਂ, ਟਰੈਕਟਰਾਂ ਵਿੱਚ ਵੀ ਲੱਗੀ ਹੋਈ ਹੈ। ਇਸੇ ਤਰ੍ਹਾਂ ਪਿਆਰੇ ਬੱਚਿਓ, ਅਸੀਂ ਕਹਿ ਸਕਦੇ ਹਾਂ ਕਿ ਅਗਰ ਕਿਸਾਨ ਖੁਸ਼ਹਾਲ ਹੈ ਤਾਂ ਸਾਡਾ ਭਾਰਤ ਦੇਸ਼ ਵੀ ਖੁਸ਼ਹਾਲ ਹੋਏਗਾ। ਸਾਡੀ ਆਰਥਿਕਤਾ ਦੇ ਵਿੱਚ, ਸਾਡੇ ਦੇਸ਼ ਦੀ ਆਰਥਿਕਤਾ ਦੇ ਵਿੱਚ ਖੇਤੀ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਆਪਣੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਖੇਤੀ ਦਾ ਹੋਰ ਵਿਕਾਸ ਕਰਨਾ ਵੀ ਸਾਡੇ ਲਈ ਬੜਾ ਜ਼ਿਆਦਾ ਜ਼ਰੂਰੀ ਹੈ। ਮੈਨੂੰ ਉਮੀਦ ਹੈ ਤੁਹਾਨੂੰ ਇਹ ਵਾਲਾ ਹਿੱਸਾ ਜ਼ਰੂਰ ਸਮਝ ਆ ਗਿਆ ਹੋਵੇਗਾ। ਬਹੁਤ ਬਹੁਤ ਥੈਂਕਸ ਪਿਆਰੇ ਬੱਚਿਓ, ਧਿਆਨ ਰੱਖਣਾ ਆਪਣਾ।